ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਡੰਡੋਤ ਬੰਧਨ ਅਨੇਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸਨੰ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸਨੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਪਿਆਰੀ ਸਾਧ ਸੰਗਤ ਜੀਓ, ਆਪ ਜੀ ਵਡਭਾਗੀ ਹੋ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨ ਹਜੂਰ ਦੇ ਵਿੱਚ ਬੈਠ ਰਹੇ ਹੋ, ਸੁਣ ਰਹੇ ਹੋ, ਸ਼ਰਵਣ ਕਰ ਰਹੇ ਹੋ। ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ। ਆਓ ਅਸੀਂ ਜੈਤ ਸ੍ਰੀ ਕੀ ਵਾਰ ਦੀ ਇਹ ਪਵਿੱਤਰ ਬਾਣੀ ਦੀ ਵਿਚਾਰਾ ਆਰੰਭ ਕਰੀਏ। ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ। Yesterday we left off trying to understand how we purify the Annamay Kosh. ਕਿ ਮਹਾਰਾਜ ਨੇ ਇਹ ਜੋ ਬਾਹਰਲਾ ਸਰੀਰ ਸਾਜਿਆ ਹੈ, ਇਸ ਨੂੰ ਸਾਫ਼ ਕਰਕੇ ਤੇ ਇਹਦੇ ਵਿੱਚ ਜੋ ਬੈਠਾ ਪਰਮਾਤਮਾ ਹੈ ਉਸ ਨੂੰ ਕਿਵੇਂ ਪਹਿਚਾਣੀਏ। And one of the points made was ਕਿ ਜੋ ਤੁਹਾਡਾ ਭੋਜਨ ਬਣਾਉਂਦਾ ਹੈ ਉਹ ਕਿਸ ਤਰੀਕੇ ਦੇ ਨਾਲ, ਕਿਸ ਮਨ ਦੇ ਨਾਲ ਬਣਾ ਰਿਹਾ, ਇਸ ਦਾ ਬਹੁਤ ਬੜਾ ਪ੍ਰਭਾਵ ਪੈਂਦਾ ਹੈ। The intention that the person is cooking with is important in the quality of food that you're eating. ਬਹੁਤ ਸਾਇੰਟਿਸਟਸ ਨੇ ਹੁਣ ਇਹ ਖੋਜ ਕੀਤੀ ਹੈ ਕਿ ਜੋ ਪਾਣੀ ਹੈ ਉਹਦੇ ਵਿੱਚ ਮੈਮਰੀ ਹੁੰਦੀ ਹੈ। Water retains memory. So these are articles you can find in Google, but scientists have discovered that water retains memory. It's not biased. ਜੋ ਗੰਦੇ ਖਿਆਲ ਹੁੰਦੇ ਉਸ ਦੀ ਵੀ ਰਿਟੈਂਸ਼ਨ ਹੁੰਦੀ ਹੈ ਔਰ ਪੋਜ਼ਿਟਿਵ ਖਿਆਲ ਦੀ ਵੀ ਰਿਟੈਂਸ਼ਨ ਹੁੰਦੀ ਹੈ। And if the person cooking your food is cooking with negative intentions, you must understand that your food is largely composed of water. So who is cooking, how they're cooking, it will matter, because that same water, that same food will then assimilate with you as well. ਤੁਸੀਂ ਗੌਰ ਕੀਤਾ ਹੋਣਾ ਸਾਧ ਸੰਗਤ ਜੀ, ਗੁਰਦੁਆਰਿਆਂ ਦੇ ਆਲੇ ਦੁਆਲੇ ਹਮੇਸ਼ਾ ਸਰੋਵਰ ਹੁੰਦਾ ਹੈ। There's always a body of water around a ਗੁਰਦੁਆਰਾ। ਸਿਰਫ ਗੁਰਦੁਆਰੇ ਨਹੀਂ, ਹੋਰ ਧਾਰਮਿਕ ਅਸਥਾਨਾਂ ਦੇ ਆਲੇ ਦੁਆਲੇ ਵੀ ਕਿਤੇ ਨਾ ਕਿਤੇ ਪਾਣੀ ਹੁੰਦਾ ਹੈ। ਹਰਿਮੰਦਰ ਸਾਹਿਬ ਨੂੰ ਦੇਖੋ, ਜੋ ਵੀ ਹਰਿਮੰਦਰ ਸਾਹਿਬ 'ਚ ਆਉਂਦਾ ਉਸ ਦੀ ਇੰਟੈਂਸ਼ਨ ਔਰ ਭਾਵਨਾ ਬਣਦੀ ਹੈ ਭਗਤੀ ਦੀ। ਔਰ ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਚੱਲਦਾ ਹੈ for almost 22 hours. All of those energy signatures, those intentions are held by the water. And that's why ਜਦੋਂ ਉਸ ਸਰੋਵਰ 'ਚ ਇਸ਼ਨਾਨ ਕਰੀਦਾ ਹੈ, there is benefit. That's not to say that water is biased.
If you go to a body of water which is holding negative intentions, that's not going to be good for you to take a shower there or to take a bath there. So for that reason, ਜੋ ਤੁਹਾਡਾ ਅੰਨ ਬਣਾਉਂਦਾ ਹੈ ਉਹ ਸ਼ੁੱਧ ਭਾਵਨਾ ਦੇ ਨਾਲ ਬਣਾਵੇ, ਪ੍ਰੇਮ ਦੇ ਨਾਲ ਬਣਾਵੇ, ਵਾਹਿਗੁਰੂ ਨੂੰ ਯਾਦ ਕਰਕੇ ਬਣਾਵੇ. That will be beneficial for your ਅੰਨਮय ਕੋਸ਼. Clearing it off ਤਾਕਿ ਇਸ ਅੰਨਮय ਕੋਸ਼ ਦੇ ਅੰਦਰ ਜੋ ਪਰਮਾਤਮਾ ਬੈਠਾ ਹੈ ਉਸ ਦੇ ਨਾਲ ਜੁੜਨਾ ਸੌਖਾ ਹੋ ਜਾਵੇ. After that, Sad Sangat Ji Maharaj ਲਿਖਦੇ हैं, ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸਨੰ. ਲਗਭਗ ਚੌਥੇ ਮਹੀਨੇ ਦੇ ਵਿੱਚ ਗਰਭਵਤੀ ਮਾਂ ਦਾ ਜਿਹੜਾ ਬੱਚਾ ਹੈ, ਚੌਥੇ ਮਹੀਨੇ ਦੇ ਵਿੱਚ ਸੂਖਸ਼ਮ ਸਰੀਰ ਜਿਹੜਾ ਜੀਵ ਨੇ ਹੁਣ ਪੈਦਾ ਹੋਣਾ ਉਹ ਆ ਜਾਂਦਾ ਹੈ. The 16th week of gestation is marked by a matured circulatory system. 4 ਮਹੀਨੇ ਦੇ ਲਗਭਗ ਜੋ ਬੱਚੇ ਦਾ ਸਰੀਰ ਹੈ ਉਹਦੇ ਵਿੱਚ ਜਿਹੜਾ ਦਿਲ ਤੇ ਉਸ ਦਾ ਸਰਕੂਲੇਟਰੀ ਸਿਸਟਮ ਮੈਚੁਰ ਹੋ ਜਾਂਦਾ ਹੈ. ਉਸ ਵਕਤ ਕਿਹਾ ਜਾਂਦਾ ਹੈ ਕਿ ਮਾਂ ਹੁਣ ਦੋ ਹਿਰਦ ਹੋ ਗਈ ਹੈ. ਮੀਨਿੰਗ ਦ ਮਦਰ ਇਜ਼ ਨਾਓ ਟੂ ਹਾਰਟਡ. ਇੱਕ ਉਸ ਦਾ ਆਪਣਾ ਦਿਲ ਔਰ ਇੱਕ ਬੱਚੇ ਦਾ. ਜੀਵਾਤਮਾ ਨੇ ਪ੍ਰਵੇਸ਼ ਕੀਤਾ ਅਰਾਊਂਡ 4 months ਲਗਭਗ. ਹੁਣ ਜੋ ਬੱਚਾ ਹੈ ਇਟਸ ਕੰਪਲੀਟ. ਦੇਹ ਵੀ ਹੈਗੀ ਹੈ ਐਂਡ ਦੇਰ ਇਜ਼ ਕੌਨਸ਼ੀਅਸਨੈਸ pervaded. ਪਰ ਮਨ ਦੇ ਵਿੱਚ ਅਜੇ ਚੰਚਲਤਾ ਨਹੀਂ ਹੈ. ਜਿਹੜੇ ਬੱਚੇ ਦਾ ਮਨ ਹੁੰਦਾ ਅਜੇ ਉਸ ਮਨ 'ਚ ਵਿਕਸ਼ੇਪ ਨਹੀਂ ਹੈ. ਜੋ ਪਿਛਲੇ ਜਨਮ ਦੇ ਸੰਸਕਾਰ ਹੈ ਉਹ ਜੇ ਪ੍ਰਗਟ ਨਹੀਂ ਹੋਏ ਔਰ ਇੱਕਦਮ ਸਾਫ਼ ਮਨ ਦੇ ਵਿੱਚ ਉਹ ਜੋ ਬੱਚਾ ਹੈ ਉਸ ਦੇ ਹੀ ਨਾਭੀ ਦੇ ਵਿੱਚੋਂ ਨਿਕਲਿਆ ਹੋਇਆ ਜੋ ਅਨਹਦ ਨਾਦ ਹੈ ਉਸ ਨੂੰ ਸੁਣਦਾ ਹੈ. ਇਸ ਨੂੰ ਮਹਾਰਾਜ ਕਹਿੰਦੇ ਸਾਸ ਸਾਸ ਸਿਮਰੰਤ. ਹੁਣ ਵੀ ਤੁਹਾਡੇ ਅੰਦਰ ਅਨਹਦ ਨਾਦ ਵੱਜ ਰਿਹਾ ਹੈ ਸਾਧ ਸੰਗਤ ਜੀ. ਪਰ ਮਨ ਮੈਲਾ ਹੋਣ ਕਰਕੇ ਔਰ ਮਨ ਚੰਚਲ ਹੋਣ ਕਰਕੇ ਉਹ ਸੁਣਦਾ ਨਹੀਂ ਹੈ. ਮਨ ਪਾਣੀ ਦੀ ਨਿਆਈ ਹੁੰਦਾ ਸਾਧ ਸੰਗਤ ਜੀ. ਜੇ ਤੁਸੀਂ ਆਪਣਾ ਵਾਸਤਵਿਕ ਸਰੂਪ ਆਤਮਾ ਦੇ ਦਰਸ਼ਨ ਕਰਨਾ ਚਾਹੁੰਦੇ ਹੋ, ਜਿਸ ਤਰ੍ਹਾਂ ਤੁਸੀਂ ਪਾਣੀ ਦੇ ਵਿੱਚ ਆਪਣਾ ਮੁਖ ਦੇਖਣਾ ਚਾਹੁੰਦੇ ਹੋ, ਤਾਂ ਦੋ ਚੀਜ਼ਾਂ ਜ਼ਰੂਰੀ ਹੁੰਦੀਆਂ. ਇੱਕ ਤਾਂ ਪਾਣੀ ਚੰਚਲ ਨਾ ਹੋਵੇ ਔਰ ਦੂਸਰਾ ਪਾਣੀ ਮੈਲਾ ਨਾ ਹੋਵੇ. If the water is moving too quickly, you're not going to see the correct reflection. And if the water is dirty, you're also not going to see the correct reflection. So ਕੀ ਕਰਨਾ ਚਾਹੀਦਾ ਹੈ? ਮਨ ਦੇ ਵਿੱਚ ਜਿਹੜੀ ਮੈਲ ਹੁੰਦੀ ਹੈ ਉਹ ਸਾਡੇ ਹੀ ਪਿਛਲੇ ਜਨਮ ਦੇ ਪਾਪ ਦਾ ਫਲ ਹੁੰਦਾ ਹੈ. ਤਾਂ ਉਸ ਨੂੰ ਕਿਵੇਂ ਠੀਕ ਕਰਿਆ ਜਾਵੇ? ਮਹਾਰਾਜ ਕਹਿੰਦੇ ਸੇਵਾ ਕਰੋ. ਜਦੋਂ ਆਪਾਂ ਸੇਵਾ ਕਰਦੇ ਹਾਂ ਔਰ ਉਹ ਵੀ ਵਾਹਿਗੁਰੂ ਨੂੰ ਸਮਰਪਿਤ ਹੋ ਕੇ, ਸਾਡਾ ਜਿਹੜਾ ਕਰਤਾ ਭਾਵ ਹੈ ਉਹ ਟੁੱਟਦਾ ਹੈ. ਪਰ ਜੇ ਸੇਵਾ ਨਿਸ਼ਕਾਮ ਹੋਵੇ, ਸੇਵਾ ਕਰਦਿਆਂ ਕਰਦਿਆਂ ਇਹ ਭਾਵ ਬਣੀ ਜਾਵੇ ਅੰਦਰ ਕਿ ਮੈਂ ਸੇਵਾ ਕਰਦਾ ਹਾਂ ਤਾਂ ਮੈਨੂੰ ਇਸ ਦਾ ਪੁਰਸਕਾਰ ਮਿਲਣਾ ਚਾਹੀਦਾ ਹੈ, ਫਿਰ ਨਹੀਂ ਗੱਲ ਬਣਨੀ ਹੈਗੀ. Because your identity is still there. Your identity is the primary blockage. But if you do seva without any want of desire, ਫਲ ਦੀ ਇੱਛਾ ਨੂੰ ਤਿਆਗ ਕੇ ਜੇ ਤੁਸੀਂ ਸੇਵਾ ਕਰੋ ਤਾਂ ਜਿਹੜੀ ਤੁਹਾਡੀ ਆਈਡੈਂਟਿਟੀ ਹੈ ਉਹ ਟੁੱਟਦੀ ਹੈ ਤੇ ਮਨ ਸਾਫ਼ ਹੁੰਦਾ ਹੈ. ਨੰਬਰ 2, ਜਿਹੜੇ ਮਨ ਦੀ ਚੰਚਲਤਾ ਹੈ ਇਸ ਨੂੰ ਰੋਕਣ ਵਾਸਤੇ ਮਹਾਰਾਜ ਕਹਿੰਦੇ ਸਿਮਰਨ ਕਰੋ. ਬਿਕਾਜ਼ ਜਦੋਂ ਆਪਾਂ ਵਾਹਿਗੁਰੂ 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 ਪੂਰੇ ਹੋਸ਼ ਔਰ ਸਾਰੀ ਵਿਰਤੀਆਂ ਨੂੰ ਇੱਕ ਤਰਫ ਲਗਾ ਕੇ ਵਾਹਿਗੁਰੂ ਬਹੁਤ ਧਿਆਨ ਦੇਣਾ ਹੈ ਕਿ ਜੋ ਮਨ ਹੈ ਇੱਧਰ ਉੱਧਰ ਨਾ ਜਾਵੇ, ਔਰ ਜੇ ਜਾਵੇ ਕੋਈ ਗੱਲ ਨਹੀਂ, ਉਸ ਨੂੰ ਵਾਪਸ ਬਹੁਤ ਪੇਸ਼ੈਂਟਲੀ ਵਾਪਸ ਲਿਆਉਣਾ ਹੈ ਔਰ ਪੂਰਾ ਹੋਸ਼ ਹੋਵੇ. ਐ ਨਾ ਹੋਵੇ ਕਿ ਨਿਦਰਾ ਚੜ ਰਹੀ ਹੈ, ਵਾਹਿਗੁਰੂ ਸਿਰਫ ਮੂੰਹ ਦੇ ਨਾਲ ਬੋਲਿਆ ਜਾ ਰਿਹਾ ਹੈ. Be present and be aware of where your mind is going. ਹੌਲੀ ਹੌਲੀ ਪਤਾ ਚੱਲ, ਇਹਦਾ ਅਭਿਆਸ ਕਰਦਿਆਂ ਕਰਦਿਆਂ ਤੁਹਾਡਾ ਮਨ ਜਿਹੜੀ ਚੰਚਲਤਾ ਹੈ ਉਹ ਰੁਕੂਗੀ. ਨੰਬਰ 2,
ਕਦੇ ਮਨ ਨੂੰ ਆਦਤ ਨਹੀਂ ਪਾਉਣੀ ਕਿ ਇੱਕ ਵਕਤ ਇੱਕ ਚੀਜ਼ ਤੋਂ ਜ਼ਿਆਦਾ ਕੁਝ ਕਰਨਾ। ਫॉर एग्जांपल, ਜੇ ਸਿਮਰਨ ਕਰਨਾ ਹੈ ਤਾਂ ਸਿਰਫ ਸਿਮਰਨ ਕਰਨਾ ਹੈ, ਜੇ ਬਾਣੀ ਪੜ੍ਹਨੀ ਹੈ, ਸਹਿਜ ਪਾਠ ਕਰਨਾ ਤਾਂ ਸਿਰਫ ਬਾਣੀ ਪੜ੍ਹਨੀ ਹੈ, ਜੇ ਕੀਰਤਨ ਸੁਣਨਾ ਤਾਂ ਸਿਰਫ ਕੀਰਤਨ ਸੁਣਨਾ ਹੈ। A lot of the times we find people ਕਿ ਇੱਕ ਹੱਥ ਦੇ ਵਿੱਚ ਮਾਲਾ ਹੁੰਦੀ ਹੈ, ਸਹਿਜ ਪਾਠ ਵੀ ਚੱਲ ਰਿਹਾ ਹੈ ਤੇ ਕੀਰਤਨ ਵੀ ਸੁਣ ਰਹੇ ਹੈ, ਔਰ ਸਾਨੂੰ sometimes ਲੱਗਦਾ ਸ਼ਾਇਦ ਜ਼ਿਆਦਾ ਭਗਤੀ ਹੋ ਰਹੀ ਹੈ। The problem is ਮਨ ਨੂੰ ਆਦਤ ਪੈ ਰਹੀ ਹੈ ਕਿ ਇੱਥੇ ਵੀ ਨਹੀਂ, ਇੱਥੇ ਵੀ ਨਹੀਂ, ਉੱਥੇ ਵੀ ਨਹੀਂ। ਸਾਇੰਟਿਸਟਸ ਆਮ ਸੰਸਾਰ ਦੇ ਵਿੱਚ ਕਹਿੰਦੇ ਹੈ those who multitask, ਇੱਕ ਵਕਤ ਬਹੁਤ ਜ਼ਿਆਦਾ ਚੀਜ਼ਾਂ ਜੋ ਕਰਦਾ ਹੈ ਉਹ ਕਦੇ ਪ੍ਰੋਡਕਟਿਵ ਨਹੀਂ ਹੁੰਦਾ। ਉਹਦੇ ਜਿਹੜੇ ਕਾਰਜ ਹੈ ਉਹ ਕਦੇ ਥੋੜ੍ਹੇ ਟਾਈਮ 'ਚ ਸਿੱਧ ਨਹੀਂ ਹੁੰਦੇ ਹੈਗੇ, ਜ਼ਿਆਦਾ ਟਾਈਮ ਲੱਗ ਜਾਂਦਾ ਉਹਨੂੰ ਆਪਣੇ ਕਾਰਜ ਕਰਨ ਨੂੰ। ਪਰ ਜਿਹੜਾ ਬੰਦਾ ਇੱਕ ਚੀਜ਼ ਨੂੰ ਪੂਰਾ ਕਰਕੇ ਫਿਰ ਦੂਸਰੀ ਚੀਜ਼ ਕਰਦਾ, ਫਿਰ ਤੀਸਰੀ ਚੀਜ਼ ਕਰਦਾ, ਉਹਨੂੰ ਜ਼ਿਆਦਾ ਪ੍ਰੋਡਕਟਿਵ ਮੰਨਿਆ ਜਾਂਦਾ ਹੈ। One time you should be 100% there. ਸਿਮਰਨ ਦੇ ਵਿੱਚ ਤੁਹਾਡਾ 100% ਹੋਣਾ ਜ਼ਰੂਰੀ ਹੈ। ਸਹਿਜ ਪਾਠ ਦੇ ਵਿੱਚ ਤੁਹਾਡਾ 100% ਹੋਣਾ ਜ਼ਰੂਰੀ ਹੈ। ਕੀਰਤਨ ਸੁਣਦਿਆਂ ਸਮੇਂ ਤੁਹਾਡਾ 100% ਹੋਣਾ ਜ਼ਰੂਰੀ ਹੈ, ਤਾਂ ਭਗਤੀ ਸਫਲ ਹੁੰਦੀ ਹੈ। So what they're saying here is, even in this world, ਤੁਹਾਡਾ ਅਜੇ ਵੀ ਅਨਹਦ ਨਾਦ ਚੱਲ ਰਿਹਾ, ਪਰ ਮਨ ਚੰਚਲ ਹੋਣ ਕਰਕੇ ਤੇ ਮੈਲਾ ਹੋਣ ਕਰਕੇ ਉਹ ਸੁਣਾਈ ਨਹੀਂ ਦਿੰਦਾ। ਉਹਦੇ ਵਾਸਤੇ ਮਹਾਰਾਜ ਕਹਿੰਦੇ ਸੇਵਾ ਤੇ ਸਿਮਰਨ ਅਤੀ ਜ਼ਰੂਰੀ ਹੈ। ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸਨੰ। ਇਸੀ ਤਰ੍ਹਾਂ if you ever see, and there's many videos about it online as well, ਜਦੋਂ ਬੱਚਾ ਪੈਦਾ ਹੁੰਦਾ ਹੈ ਤੇ ਉਹ ਰੋਂਦਾ ਹੈ, ਜੇ ਉਸਨੂੰ ਅਨਹਦ ਨਾਦ ਜਿਹੋ ਜਿਹਾ ਆਵਾਜ਼ ਸੁਣਾਈ ਦੇਵੇ ਉਹ ਚੁੱਪ ਹੋ ਜਾਂਦਾ ਹੈ। For example, the naad that comes from the belly button, it sounds very similar to Om. Om. ਜਦੋਂ ਇੱਕ ਰੋਂਦੇ ਹੋਏ ਛੋਟੇ ਬੱਚੇ ਨੂੰ ਇਹ ਧੁਨੀ ਸੁਣਾਈ ਦਿੰਦੀ ਹੈ, ਵਾਚ, ਉਹ ਇੱਕਦਮ ਚੁੱਪ ਹੋ ਜਾਂਦਾ ਹੈ। Because it sounds very similar to what it's been listening to while it was in the womb. ਇੱਥੇ ਮਹਾਰਾਜ ਕਹਿੰਦੇ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸਨੰ। ਮਹਾ ਅਗਨ ਕੀ? ਇਹ ਨਹੀਂ ਕਿ ਜੋ ਗਰਭ ਦੇ ਵਿੱਚ ਟੈਂਪਰੇਚਰ ਜ਼ਿਆਦਾ ਹਾਈ ਹੁੰਦਾ। In fact, the temperature in the womb is the same temperature that's inside of your body right now, around 37 degrees Celsius. But the chemical processes going on at that time are so intricate and it's so chaotic that one thing goes wrong and the entire system can completely mess up. Maha agan na binasanam. But all of these systems that are going on, oh bacche nu dukh nahi dinde. Kyun? Because ajay ਜੋ ਬੱਚੇ ਦੀ ਹੋਂਦ ਹੈ ਉਹ ਦੇਹ ਦੇ ਨਾਲ ਅਜੇ ਚਿਪਕੀ ਨਹੀਂ। ਇਸ ਦੁਨੀਆ ਦੇ ਵਿੱਚ 99.9% of humans identify themselves with their body and with their mind. But a child has not made that identification with the body yet. A child's identification is with that naad. So whether there is pain or not, the child isn't feeling that pain because identification नहीं हुई body ਦੇ ਨਾਲ। इसी तरह साध संगत जी भाई मनी सिंह जी दे बंद कटरे गए। He's being cut limb by limb at the joint. पर भाई मनी सिंह फिर भी गुरबाणी उचार रहे ने। Why? Because they know fundamentally कि मैं शरीर नहीं, शरीर दे विच रहन वाला शरीरी हाँ। मैं देह नहीं, देह दे विच रहन वाला देही हाँ। हर मंदिर एहो शरीर है, मैं मंदिर नहीं, मंदिर दे विच रहन वाला हरि हाँ। And because their identity is not at the level of their body, ਤਾਂ ਕੋਈ ਬੰਦ ਕੱਟੇ, ਕੋਈ ਪਾਣੀ ਦੇ ਵਿੱਚ ਉਬਾਲੇ, ਕੋਈ ਤੱਤੀ ਤਵੀ ਤੇ ਰੱਖੇ,
ਉਹ ਜਾਣਦੇ ਹੈ ਕਿ ਜੋ ਦੁੱਖ ਹੋ ਰਿਹਾ ਹੈ, ਜੋ ਨਾਸ ਹੋ ਰਿਹਾ, ਉਹ ਦੇਹ ਹੈ, ਮੈਂ ਦੇਹ ਨਹੀਂ ਹਾਂ। ਇਸੀ ਤਰ੍ਹਾਂ ਗੀਤਾ ਦੇ ਵਿੱਚ ਸ਼ਬਦ ਆਉਂਦਾ, ਨੈਨਮ ਛਿੰਦੰਤੀ ਸ਼ਸਤਰਾਣੀ ਨੈਨਮ ਦਹਤੀ ਪਾਵਕਹ ਨ ਚੈਨਮ ਕਲੇਦਯੰਤਿਆਪੋ ਨਾ ਸ਼ੋਸ਼ਯਤੀ ਮਾਰੂਤः। ਆਤਮਾ ਨੂੰ ਕੋਈ ਸ਼ਸਤਰ ਕੱਟ ਨਹੀਂ ਸਕਦਾ, ਆਤਮਾ ਨੂੰ ਕੋਈ ਅੱਗ ਜਲਾ ਨਹੀਂ ਸਕਦੀ, ਆਤਮਾ ਨੂੰ ਕੋਈ ਪਾਣੀ 'ਚ ਡਬੋ ਨਹੀਂ ਸਕਦਾ, ਆਤਮਾ ਨੂੰ ਕੋਈ ਹਵਾ ਸੁਕਾ ਨਹੀਂ ਸਕਦੀ। ਜੋ ਦੇਹ ਔਰ ਮਨ ਤੋਂ ਪਾਰ, ਜਿਹਨੂੰ ਮਹਾਰਾਜ ਕਹਿੰਦੇ ਮਨ ਤੂੰ ਜੋਤ ਸਰੂਪ ਹੈ। Look at what they're saying, ਉਹ ਕਹਿ ਰਹੇ ਹਨ ਤੈਨੂੰ ਕਿ ਤੂੰ ਜੋਤ ਸਰੂਪ ਹੈ। ਆਪਣਾ ਮੂਲ ਪਹਿਚਾਨ, ਅੰਦਰ ਜਾ ਕੇ ਵ੍ਰਿਤੀ ਨਾਲ ਪਹਿਚਾਨ ਕਿ ਤੂੰ ਵਸਤੂ ਤੱਕ ਕੌਣ ਹੈ। ਔਰ ਜੇ ਤੂੰ ਉੱਥੇ ਆਪਣੀ ਪਹਿਚਾਨ ਬਣਾ ਲਈ ਤਾਂ ਕੋਈ ਸੰਸਾਰ ਦਾ ਦੁੱਖ ਨਹੀਂ, ਮਾਤਰ ਆਨੰਦ। ਤੁਸੀਂ ਇਸ ਗੱਲ ਨੂੰ ਸਮਝੋ, ਜਦੋਂ ਆਪਾਂ ਆਪਣੀ ਹੋਂਦ ਇਸ ਦੇਹ ਦੇ ਨਾਲ ਜੋੜਦੇ ਹਾਂ ਤਾਂ ਜਦੋਂ ਦੇਹ ਨੂੰ ਦੁੱਖ ਲੱਗਦਾ ਆਪਾਂ ਕਹਿੰਦੇ ਮੈਨੂੰ ਦੁੱਖ ਲੱਗਿਆ। ਜਦੋਂ ਆਪਾਂ ਆਪਣੀ ਹੋਂਦ ਇਸ ਮਨ ਨਾਲ ਜੋੜਦੇ ਹਾਂ ਔਰ ਮਨ ਨੂੰ ਦੁੱਖ ਲੱਗਿਆ ਤਾਂ ਆਪਾਂ ਕਹਿੰਦੇ ਮੈਨੂੰ ਦੁੱਖ ਲੱਗਿਆ। ਪਰ ਆਤਮਾ, ਜਿਹਨੂੰ ਮਹਾਰਾਜ ਕਹਿੰਦੇ ਪਰਮਾਤਮ ਸਰੂਪ ਹੈ ਔਰ ਸਤਚਿਤ ਆਨੰਦ ਸਰੂਪ ਹੈ, ਮਾਤਰ ਆਨੰਦ ਹੈ, ਉੱਥੇ ਦੁੱਖ ਦਾ ਲੇਸ ਮਾਤਰ ਵੀ ਨਹੀਂ। ਇਸੀ ਤਰ੍ਹਾਂ ਸਾਧ ਸੰਗਤ ਜੀ, ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਵਿਨਾਸਨੰ। ਇਸ ਸੰਸਾਰ ਦੇ ਵਿੱਚ ਵੀ ਜੇ ਤੁਸੀਂ ਮਹਾਰਾਜ ਦਾ ਸਿਮਰਨ ਕਰੋਗੇ, ਇਹ ਜਾਣਦਿਆਂ ਹੋਇਆਂ ਕਿ ਮੈਨੂੰ ਪੱਕਾ ਨਿਸ਼ਚੈ ਹੈ ਕਿ ਮੇਰੇ ਅੰਦਰ ਵਾਹਿਗੁਰੂ ਨੇ। ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਤਾਂ ਵਾਹਿਗੁਰੂ ਵਾਹਿਗੁਰੂ ਬੋਲਣਾ ਇਹ ਜਾਣਦਿਆਂ ਹੋਇਆਂ ਕਿ ਮੇਰੇ ਅੰਦਰ ਵਾਹਿਗੁਰੂ ਨੇ। ਵਾਹਿਗੁਰੂ ਮੈਨੂੰ ਦਰਸ਼ਨ ਦਿਓ। ਜੋ ਇਸ ਤਰ੍ਹਾਂ ਸਿਮਰਨ ਕਰਦਾ ਹੈ ਔਰ ਆਪਣੇ ਸਰੂਪ ਨੂੰ ਯਾਦ ਰੱਖਦਾ ਹੈ, ਇਸ ਸੰਸਾਰ ਦੇ ਵਿੱਚ ਵੀ ਉਸਨੂੰ ਕੋਈ ਮਹਾ ਅਗਨੀ ਮਾਇਆ ਸਤਾ ਨਹੀਂ ਸਕਦੀ। ਸਾਧ ਸੰਗਤ ਜੀ, ਆਪਾਂ ਪ੍ਰਹਿਲਾਦ ਦੀ ਸਾਖੀ ਸੁਣਦੇ ਹਾਂ। ਪ੍ਰਹਿਲਾਦ ਜੀ ਕਹਿੰਦੇ ਹੈ, नहीं छोड़ो रे बाबा राम नाम, मोको और पढ़न स्यों नहीं काम। भगत प्रहलाद जी दे पिता सी हरणाकश और उनकी माता का नाम सी कयाधु। ये साखी पहला भागवत दे विच आउंदी है। साध संगत जी, उस दे विच लिखिया गया है कि जो प्रहलाद जी के पिता हरणाकश सी, उन्हां दा एक भाई सी हिरण्याक्ष। हिरण्याक्ष was defeated by the शुक्र अवतार of विष्णु। विष्णु भगवान दे जिहड़े शुक्र अवतार सी, उन्होंने हिरण्याक्ष नूं मारता सी। तो इस तो जो हरणाक्ष सी वो बदला लेना चाहुंदा सी। हरणाक्ष wanted to get revenge। फिर वो जंगलों च गया तपस्या करन कि मैं शक्ति नूं प्राप्त करा ताकि मैं भगवान बन सकां, ताकि मन्नू लोग पूजन, ताकि मेरी ही जय सब जगह होवे, ताकि मन्नू कोई मार ना सके, ना कोई मन्नू हथियार मार सके, ना कोई माँ का जिहड़ा बच्चा है वह मन्नू मार सके, ना कोई मन्नू दिन च मार सके, ना कोई मन्नू रात च मार सके। इस तरह के वो वर लेना चाहता सी। ते हरणाक्ष जदों जंगलों च सी, उसकी जो पत्नी सी वो कल्ली रह गई, कयाधु, ते वो गर्भवती सी प्रहलाद जी दे नाल। कोई घटनावां होईयां, लोग कहंदे इन्हां नूं कयाधु नूं आपां अपनी पत्नी बनाउणा चाहुंदे। इंद्र ने कहा कि कयाधु नूं ले आओ। उस समय फिर नारद मुनि ने शरण दित्ती सी कयाधु नूं। कयाधु ने कहा, हे नारद जी, मैं कल्ली हैं, गर्भवती हैं, ते तुसी मैनूं अपने आश्रम च थां बख्शो। नारद जी ने कयाधु नूं फिर अपने आश्रम च रखिया सी। ते जदों गर्भवती सी प्रहलाद जी दे नाल, उहने दिन रात यही सुनना, वाहिगुरू दी महिमा सुननी, राम राम जपना, सतसंगत होनी, संतां साधुआं दी संगत होनी।
ਤੇ ਇਸੇ ਤਰ੍ਹਾਂ ਉਹੀ ਜਿਹੜਾ ਸੰਸਕਾਰ ਸੀ ਪ੍ਰਹਿਲਾਦ ਤੇ ਪੈ ਗਿਆ। ਜਦੋਂ ਪ੍ਰਹਿਲਾਦ ਜੰਮਿਆ, ਛੋਟੇ ਹੁੰਦੇ ਵੀ ਬਸ ਰਾਮ ਰਾਮ ਰਾਮ, ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੈਂ ਨਹੀਂ ਛੱਡ ਸਕਦਾ। ਇਸੇ ਚੀਜ਼ ਤੋਂ ਉਸਦੇ ਜੋ ਪਿਤਾ ਸੀ ਉਹ ਵਾਪਸ ਆਏ ਤੇ ਉਹਨਾਂ ਨੇ ਵਰ ਲਏ ਸੀ ਬ੍ਰਹਮਾ ਤੋਂ। ਉਹਨਾਂ ਨੂੰ ਬਿਲਕੁਲ ਇਹ ਸਹਿਨ ਨਹੀਂ ਹੋਇਆ ਕਿ ਮੇਰੀ ਹੀ ਔਲਾਦ ਰੱਬ ਦਾ ਨਾਮ ਲਵੇ, ਮੇਰੀ ਔਲਾਦ ਨੂੰ ਮੇਰਾ ਨਾਮ ਲੈਣਾ ਚਾਹੀਦਾ ਹੈ। ਉਹ ਕਹਿੰਦੇ ਸੀ ਕਿ ਤੂੰ ਹਰਨਾਕਸ਼ ਬੋਲ, ਰਾਮ ਰਾਮ ਨੂੰ ਛੱਡ। ਪ੍ਰਹਿਲਾਦ ਦੇ ਜੋ ਟੀਚਰ ਸੀ ਸਕੂਲ ਦੇ ਵਿੱਚ, ਉਹ ਵੀ ਇਹੀ ਕੰਪਲੇਂਟ ਕਰਦੇ ਸੀ। ਇਟਸ ਰਿਟਨ ਇਨ ਗੁਰਬਾਣੀ 'ਚ ਸਾਰਾ ਆਉਂਦਾ ਹੈ ਕਿ ਕਿਵੇਂ ਉਹਨਾਂ ਨੇ ਕੰਪਲੇਂਟ ਕੀਤੀ ਔਰ ਬਹੁਤ ਤਰੀਕੇ ਦੇ ਨਾਲ ਪ੍ਰਹਿਲਾਦ ਨੂੰ ਮਾਰਨਾ ਚਾਹਿਆ। ਹਰਨਾਕਸ਼ ਦੀ ਭੈਣ ਹੋਲਿਕਾ, ਸ਼ਾਇਦ ਤੁਸੀਂ ਸੁਣਿਆ ਹੋਗਾ ਇੰਡੀਆ 'ਚ ਹੋਲੀ ਵੀ ਕਿਉਂ ਮਨਾਈ ਜਾਂਦੀ ਹੈ। ਹੋਲਿਕਾ ਨੂੰ ਉਹਦੇ ਪਰ ਇੱਕ ਚਾਦਰ ਹੁੰਦੀ ਸੀ, ਐਂਡ ਇਟਸ ਨਾਟ too great of a stretch to think about it, ਪਰ ਜਦੋਂ ਚਾਦਰ ਓੜਦੀ ਸੀ ਤਾਂ ਅਗਨੀ ਉਸਨੂੰ ਜਲਾ ਨਹੀਂ ਸੀ ਸਕਦੀ। It was made out of that type of material. ਤਾਂ ਉਹਨੇ ਸੋਚਿਆ ਵੀ ਮੈਂ ਪ੍ਰਹਿਲਾਦ ਨੂੰ ਆਪਣੀ ਗੋਦੀ 'ਚ ਬਿਠਾਉਂਗੀ ਤੇ ਚਾਦਰ ਮੈਂ ਓੜੂੰਗੀ ਔਰ ਪ੍ਰਹਿਲਾਦ ਜਲ ਜੂਗਾ। ਪਰ ਵਾਹਿਗੁਰੂ ਦੀ ਇੰਨੀ ਕਿਰਪਾ ਵਰਤੀ, ਰਾਮ 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 की हवा आई, चादर प्रहलाद ਦੇ ਉੱਪਰ ਹੋ ਗਈ ਔਰ ਹੋਲਿਕਾ ਤੋਂ ਉਤਰ ਗਈ ਔਰ ਉਹ ਸੜ ਗਈ ਸੀ। ਔਰ ਹੋਰ ਤਰ੍ਹਾਂ ਬਹੁਤ ਤਰੀਕੇ ਨਾਲ ਮਾਰ ਸੱਪ ਭੇਜਿਆ, ਬਹੁਤ ਤਰੀਕਿਆਂ ਦੇ ਨਾਲ ਪ੍ਰਹਿਲਾਦ ਨੂੰ ਮਾਰਨਾ ਚਾਹਿਆ। ਅੰਤ ਵਿੱਚ ਕਿਆ ਹੋਇਆ ਕਿ ਪ੍ਰਹਿਲਾਦ ਬਚ ਜਾਂਦੇ ਸੀ ਹਮੇਸ਼ਾ। ਤਾਂ ਜੋ ਹਰਨਾਕਸ਼ ਸੀ ਉਹਨੇ ਆਪਣੀ ਤਲਵਾਰ ਕੱਢੀ ਕਿ ਹੁਣ ਦੇਖਦਾ ਤੈਨੂੰ ਕੌਣ ਬਚਾਉਂਦਾ ਹੈ। ਤੂੰ ਰਾਮ ਰਾਮ ਬਹੁਤਾ ਜਪਦਾ ਹੈ ਨਾ, ਤਾਂ ਦੇਖਦੇ ਤੇਰੇ ਰਾਮ ਆਉਣੇ ਤੈਨੂੰ ਬਚਾਉਣ ਕਿ ਨਹੀਂ। ਤਾਂ ਜਦੋਂ ਉਹਨਾਂ ਨੇ ਤਲਵਾਰ ਕੱਢੀ, ਸੰਧਿਆ ਹੋ ਰਹੀ ਸੀ, ਨਾ ਰਾਤ ਸੀ ਨਾ ਦਿਨ। Do you know what Sandhya means? Sandhya means transition. The transition from day to night, when it's neither day nor night. Sandhya ਸਮੇਂ, ਜਿਸ ਵਕਤ ਹਰਨਾਕਸ਼ ਉਹ ਤਲਵਾਰ ਪ੍ਰਹਿਲਾਦ ਦੇ ਮਾਰਨ ਲੱਗਿਆ, ਉਸੇ ਸਮੇਂ ਨਰਸਿੰਘ ਅਵਤਾਰ ਦਿੱਲੀ ਵਿੱਚ ਰੱਖੇ ਹੋਏ ਥੰਬ ਤੋਂ ਪ੍ਰਗਟ ਹੋਏ ਔਰ ਮਹਾਰਾਜ ਨੇ ਪ੍ਰਹਿਲਾਦ ਨੂੰ ਬਚਾਇਆ। ਨੈਨਮ ਛਿੰਦੰਤੀ ਸ਼ਸਤਰਾਣੀ, ਜੋ ਵਾਹਿਗੁਰੂ ਨੂੰ ਯਾਦ ਰੱਖਦਾ ਸਾਧ ਸੰਗਤ ਜੀ, ਉਸਨੂੰ ਕੋਈ ਸ਼ਸਤਰ ਕੱਟ ਨਹੀਂ ਸਕਦਾ, ਉਸਨੂੰ ਕੋਈ ਅਗਨੀ ਜਲਾ ਨਹੀਂ ਸਕਦੀ। So when you do Simran, ਹਮੇਸ਼ਾ ਇਸ ਨਿਸ਼ਚੈ ਨਾਲ ਕਿ ਵਾਹਿਗੁਰੂ ਤੂੰ ਮੇਰੇ ਅੰਦਰ ਹੈ, ਤੂੰ ਮੈਨੂੰ ਦਰਸ਼ਨ ਦੇ, ਪ੍ਰੇਮ ਦੇ ਨਾਲ, ਬਹੁਤ ਕੋਮਲਤਾ ਦੇ ਨਾਲ ਵਾਹਿਗੁਰੂ ਨੂੰ ਪੁਕਾਰਨਾ ਹੈ, ਪਰ ਪੂਰਨ ਹੋਸ਼ ਦੇ ਵਿੱਚ ਨਿਸ਼ਚੈ ਕਰਕੇ ਤੂੰ ਵਾਹਿਗੁਰੂ ਮੇਰੇ ਅੰਦਰ ਹੀ ਹੈ। ਇਸੇ ਤਰ੍ਹਾਂ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸਨੰ, ਮੁਖ ਤਲੈ ਪੈਰ ਉੱਪਰੇ ਵਸੰਦੋ ਕੁਹਤੜੈ ਥਾਏ। ਮੁਖ ਤਲੈ ਪੈਰ ਉੱਪਰੇ, majority of births happen with the head of the child coming out first. ਤੁਸੀਂ ਸੋਚੋ ਇਸ ਗੱਲ ਨੂੰ, ਜਿਹੜਾ ਸਿਰ ਹੁੰਦਾ ਸਭ ਤੋਂ ਸੈਂਸਿਟਿਵ ਏਰੀਆ ਹੈ ਬੱਚੇ ਦਾ, ਔਰ ਉਹ ਪਹਿਲਾਂ ਬਾਹਰ ਆਉਂਦਾ ਹੈ। ਔਰ ਬੱਚੇ ਨੂੰ ਇੱਕਦਮ ਕਿੰਨਾ ਸ਼ੌਕ ਲੱਗਦਾ ਹੈ, ਉਹਦੇ ਫੇਫੜੇ ਪਹਿਲੀ ਵਾਰ ਖੁੱਲ੍ਹਦੇ ਹੈ, ਰੌਸ਼ਨੀ ਉਸਦੀ ਅੱਖਾਂ ਦੇ ਵਿੱਚ ਪਹਿਲੀ ਵਾਰ ਪੈਂਦੀ ਹੈ, ਕਲੀਅਰ ਸਾਊਂਡ ਪਹਿਲੀ ਵਾਰ ਕੰਨਾਂ 'ਚ ਪੈਂਦਾ ਹੈ, ਚਮੜੀ ਨੂੰ ਪਹਿਲੀ ਵਾਰ ਕਿਸੇ ਚੀਜ਼ ਦਾ ਸਪਰਸ਼ ਮਿਲਦਾ ਹੈ। ਇਟਸ ਅ ਕੰਪਲੀਟ ਟ੍ਰਾਂਜ਼ਿਸ਼ਨ। ਪਰ ਉਹ ਟ੍ਰਾਂਜ਼ਿਸ਼ਨ ਤੇਰੇ ਨਾਲ ਵੀ ਹੋਇਆ ਸੀ, ਔਰ ਜਦੋਂ ਤੇਰੇ ਨਾਲ ਹੋਇਆ ਸੀ ਉਦੋਂ ਵੀ ਵਾਹਿਗੁਰੂ ਤੇਰੇ ਨਾਲ ਸੀ। They're telling you to remember all of this. ਵਸੰਦੋ ਕੁਹਤੜੈ ਥਾਏ, and it's a very dangerous place to come out of. There's a lot of bacteria in that area. And ਵਾਹਿਗੁਰੂ ਦੀ ਇਹੋ ਜਿਹੀ ਲੀਲਾ, if you study biochemistry, especially if you study the infancy of the biochemistry of infancy, you'll come to know ਵਾਹਿਗੁਰੂ ਜੀ ਇਹੀ ਲੀਲਾ ਕਿ ਉਹੀ ਬੈਕਟੀਰੀਆ ਫਿਰ ਉਸ ਬੱਚੇ ਦੇ ਡਾਈਜੈਸਟਿਵ ਸਿਸਟਮ ਨੂੰ ਸਵਸਥ ਕਰਦਾ ਹੈ ਔਰ ਉਸਦੀ ਚਮੜੀ ਨੂੰ ਸਵਸਥ ਕਰਦਾ ਹੈ। ਵਸੰਦੋ ਕੁਹਤੜੈ ਥਾਏ, ਉੱਥੋਂ ਵੀ ਤੈਨੂੰ ਬਚਾਉਂਦਾ ਹੈ। ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਦਰ ਹੈ ਜਿਸ ਦਾ ਨਾਏ। ਇਹੋ ਜਿਹਾ ਪਰਮਾਤਮਾ who brought you into the world so safely,
ਤੂੰ ਉਸ ਨੂੰ ਕਿਉਂ ਵਿਸਾਰ ਦਿੰਦਾ ਹੈ? ਸੋ ਕਿਉਂ ਵਿਸਰੈ ਜਿਹ ਜੀਵਨ ਜੀਆ, ਸੋ ਕਿਉਂ ਵਿਸਰਹਿ ਜਿਹ ਅਗਨ ਮਹਿ ਰਾਖੈ। ਉਸ ਨੂੰ ਨਾ ਵਿਸਾਰੋ। ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਧਰਹਿ ਜਿਸ ਦਾ ਨਾਏ। ਉਸ ਦੇ ਨਾਮ ਨੂੰ ਜਪ ਜਪ ਕੇ ਇਸ ਸੰਸਾਰ ਤੋਂ ਉਧਰਿਆ ਜਾ ਸਕਦਾ ਹੈ। Have you ever contemplated, without somebody else's opinion, why you're actually here? ਕਿਉਂ ਹੈ ਆਪਾਂ ਇੱਥੇ? ਸਵੇਰੇ ਉੱਠੋ, ਕੰਮ ਤੇ ਜਾਓ, ਕੰਮ ਤੋਂ ਵਾਪਸ ਆਓ, ਘਰ ਦੇ ਕੰਮ ਕਰੋ, ਖਾਓ, ਸੌਂ ਜਾਓ। ਦੂਸਰੇ ਦਿਨ ਫਿਰ ਉਸ ਤਰ੍ਹਾਂ ਕਰੋ, ਔਰ ਸਾਰਾ ਸੰਸਾਰ ਦੱਸਦਾ ਬਸ ਇਸ ਤਰ੍ਹਾਂ ਹੀ ਜੀਣਾ ਹੈ। Isn't there something more? ਇਸ ਤੋਂ ਪਾਰ ਕੁਛ ਵੀ ਨਹੀਂ ਹੈਗਾ? ਤਾਂ ਮਹਾਰਾਜ ਕਹਿੰਦੇ ਪਾਰ ਹੈ ਕੁਛ, ਲੇਕਿਨ ਜਾਗ। ਸਮਟਾਈਮਸ ਮੈਂ ਦੇਖਦੀ ਹਾਂ, ਜਦੋਂ ਛੋਟਾ ਨਿਆਣਾ ਹੁੰਦਾ ਨਾ, ਜਾਂ ਟੀਨੇਜਰਸ, ਉਹਨਾਂ ਕੋਲ ਥੋੜ੍ਹੀ ਜਿਹੀ ਓਪਰਚੁਨਿਟੀ ਹੁੰਦੀ ਹੈ ਜਾਗਣ ਵਾਸਤੇ, ਕਿਉਂਕਿ ਅਜੇ ਸੰਸਾਰ ਦੇ ਵਿੱਚ ਪਏ ਨਹੀਂ। ਪਰ ਜਿਹੜਾ ਇੱਕ ਵਾਰੀ ਸੰਸਾਰ ਦੇ ਵਿੱਚ ਪੈ ਜਾਂਦਾ ਹੈ, ਇੱਕ ਕਹਾਣੀ ਆਉਂਦੀ ਹੈ ਡੱਡੂ ਦੀ, ਔਰ ਉਹ ਕਹਿੰਦੇ ਗਰਮ ਪਾਣੀ ਹੋਵੇ, ਜੇ ਡੱਡੂ ਉਹਦੇ 'ਚ ਛਾਲ ਮਾਰੇ, ਉਬਲਦੇ ਪਾਣੀ ਵਿੱਚ ਜੇ ਡੱਡੂ ਛਾਲ ਮਾਰੇ, ਉਹ ਇੱਕਦਮ ਛਾਲ ਵਾਪਸ ਬਾਹਰ ਮਾਰ ਦਿੰਦਾ ਹੈ। ਪਰ ਜੇ ਪਾਣੀ ਪਹਿਲਾਂ ਠੰਡਾ ਹੋਵੇ ਤੇ ਡੱਡੂ ਪੈ ਜਾਵੇ ਉਹਦੇ ਵਿੱਚ ਤੇ ਗਰਮ ਕਰਨ ਲੱਗ ਜਾਓ, ਉਹ ਡੱਡੂ ਨੇ ਬਾਹਰ ਛਾਲ ਨਹੀਂ ਮਾਰਨੀ, ਉਹਨੇ ਸਹੀ ਜਾਣਾ। ਗਰਮ ਹੋ ਰਿਹਾ ਪਾਣੀ, ਸਹੀ ਜਾਣਾ, ਸਹੀ ਜਾਣਾ, ਸਹੀ ਜਾਣਾ, ਇੱਕ ਦਿਨ ਮਰ ਜਾਣਾ। ਜੇ ਤਾਂ ਇੱਕਦਮ ਜਾਗਰਤੀ ਆਈ ਤਾਂ ਤੁਸੀਂ ਉਧਰ ਸਕਦੇ, ਪਰ ਜੇ ਤੁਸੀਂ ਹਰੇਕ ਸਟੈਪ ਤੇ ਕੰਪਰੋਮਾਈਜ਼ ਕਰ ਲਿਆ, ਨਹੀਂ ਚਲੋ ਬਾਅਦ 'ਚ ਜਪੂੰਗੇ ਨਾਮ, ਨਹੀਂ ਚਲੋ ਸਾਰਾ ਕੰਮਕਾਰ ਹੋ ਜਾਵੇ ਤਾਂ ਉਦੋਂ ਜਪੂੰਗੇ ਨਾਮ, ਨਹੀਂ ਚਲੋ ਨਿਆਣਿਆਂ ਦੇ ਵਿਆਹ ਹੋ ਗਏ ਉਦੋਂ ਜਪੂੰਗੇ ਨਾਮ, ਤਾਂ ਕਦੋਂ ਮੌਤ ਆ ਜਾਣੀ ਇਹ ਚੀਜ਼ ਦਾ ਪਤਾ ਨਹੀਂ ਚੱਲਣਾ। ਔਰ ਕਿੰਨੀ ਵਾਰੀ ਪਿਛਲੇ ਜਨਮਾਂ 'ਚ ਸ਼ਾਇਦ ਕੀਤਾ ਵੀ ਹੋਵੇ। 29,000 ਦਿਨ ਬਣਦੇ ਹੈ ਲਗਭਗ, ਜੇ ਤੁਸੀਂ 80 ਸਾਲ ਤੱਕ ਜਿਉਂਦੇ ਹੈ। ਉਹਦੇ ਵਿੱਚ ਤੁਸੀਂ ਸੌਣਾ ਵੀ ਹੈ, ਕੰਮ ਤੇ ਵੀ ਜਾਣਾ ਹੈ, ਪਰਿਵਾਰ ਵੀ ਸੰਭਾਲਣਾ, ਸਕੂਲ ਵੀ ਜਾਣਾ ਹੈ। ਤੁਸੀਂ ਸਾਰਾ ਮੈਥ ਕਰਕੇ ਦੇਖੋ ਨਾ, 2,000 ਦਿਨ ਰਹਿ ਜਾਂਦੇ ਜਿਹਦੇ ਵਿੱਚ ਕੋਈ ਭਗਤੀ ਵੀ ਕਰ ਸਕਦਾ ਹੈ। It's not that much time. ਜਾਗੋ right now। ਜਿਹੜੀ ਆਲਸ ਹੁੰਦੀ ਹੈ ਜਾਂ ਪ੍ਰਮਾਦ, ਪ੍ਰੋਕ੍ਰੈਸਟੀਨੇਸ਼ਨ, ਕਿ ਮੈਂ ਕੱਲ੍ਹ ਨੂੰ ਕਰੂੰਗਾ, ਕੱਲ੍ਹ ਨੂੰ ਕਰੂੰਗਾ, ਕੱਲ੍ਹ ਨੂੰ ਉੱਠੂੰਗਾ, ਕੱਲ੍ਹ ਨੂੰ ਸ਼ੁਰੂ ਕਰੂੰਗਾ, ਇਸ ਨੂੰ ਬੁੱਧ ਮੌਤ ਕਹਿੰਦੇ ਆ ਜਗਿਆਸੂ ਵਾਸਤੇ। ਜਗਿਆਸੂ ਦੇ ਵਿੱਚ ਪ੍ਰਮਾਦ ਆਇਆ, ਜਗਿਆਸੂ ਦੀ ਮੌਤ ਹੈ। ਮਹਾਰਾਜ ਕਹਿੰਦੇ ਹੈ ਕਿ ਇਹ ਜੇ ਵਾਹਿਗੁਰੂ ਨੂੰ ਕਿਉਂ ਵਿਸਾਰ ਰਿਹਾ ਹੈ, ਜਿਸ ਦੇ ਨਾਂ ਦੇ ਨਾਲ ਤੂੰ ਉਧਰ ਸਕਦਾ ਹੈ। ਯੂ ਕੈਨ ਗੈਟ ਅਕ੍ਰੋਸ ਦਿਸ ਓਵਰ ਐਂਡ ਓਵਰ ਅਗੇਨ। ਪਹਿਲਾਂ ਜਨਮੋ, ਫਿਰ ਉਹੀ ਚੀਜ਼ਾਂ ਕਰੋ, ਹੋਰ ਮਾਤਾ ਮਿਲ ਜਾਣੀ ਹੈ, ਹੋਰ ਪਿਤਾ ਮਿਲ ਜਾਣਾ ਹੈ, ਉਹਨਾਂ ਨੇ ਇਹੀ ਚੀਜ਼ ਕਹਿਣੀ ਹੈ, ਸਕੂਲ ਜਾ, ਮਾਰਕ ਲੈ ਕੇ ਆ, ਫਿਰ ਜੌਬ ਕਰ, ਫਿਰ ਵਿਆਹ ਕਰ, ਫਿਰ ਨਿਆਣਿਆਂ ਨੂੰ ਪਾਲ, ਫਿਰ ਮਰ ਜਾ। ਦੁਬਾਰਾ ਦੁਬਾਰਾ ਦੁਬਾਰਾ, ਓਵਰ ਐਂਡ ਓਵਰ ਅਗੇਨ। ਇਸ ਤੋਂ ਬਾਹਰ ਕੁਛ ਵੀ ਨਹੀਂ। ਨਾਮ ਨੂੰ ਰੀਅਲੀ ਆਪਣੀ ਲਾਈਫ ਦੇ ਵਿੱਚ ਕੋਈ ਸਮਾਂ ਬਣਾਓ। ਸਟਾਰਟ ਵਿਥ 6 minutes। ਮਹਾਰਾਜ ਕਹਿੰਦੇ ਆਦੀ ਘੜੀ ਆਦੀ ਹੂੰ ਤੇ ਆਦ। 24 minutes divided by 2 divided by 2, 6 minutes. Start with 6 minutes at least that you only devote to doing some sadhana, especially Simran। 6 ਮਿੰਟ ਵਾਸਤੇ ਉਸਦੇ ਵਿੱਚ ਇੱਧਰ ਉੱਧਰ, ਚਲੋ ਮੈਂ ਰੋਟੀ ਖਾਂਦਿਆਂ ਜਪ ਲਵਾਂ ਜਾਂ ਬਣਾਉਂਦਿਆਂ ਜਪ ਲਵਾਂ, ਨੋ। 6 ਮਿੰਟ where you sit fully, ਵਾਹਿਗੁਰੂ ਵਾਹਿਗੁਰੂ, ਪੂਰਾ ਹੋਸ਼ ਹੋਵੇ, ਨੀਂਦਰ ਨਾ ਆਉਂਦੀ ਹੋਵੇ, ਔਰ ਬਹੁਤ ਕੋਮਲਤਾ ਦੇ ਨਾਲ ਆਪਣੇ ਅੰਦਰ ਵਾਹਿਗੁਰੂ ਵਾਹਿਗੁਰੂ ਵ੍ਰਿਤੀ ਅੰਦਰ ਨੂੰ ਹੋਵੇ। ਇਸ ਤਰ੍ਹਾਂ ਕਰੋ। Start off your meditation process here with 6 minutes, and you'll see very quickly you're going to want to do more. Right? ਉਦਰ ਹੈ ਜਿਸ ਦਾ ਨਾਏ ਪੌੜੀ, ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਜਾਰ। ਜਿਹੜੀ ਪੌੜੀ ਹੁੰਦੀ ਹੈ ਸਾਧ ਸੰਗਤ ਜੀ, ਉਹ ਸ਼ਲੋਕ ਦੀ ਵਿਆਖਿਆ ਕਰਦੀ ਹੈ। So basically everything we've covered since yesterday. ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਜਾਰ। ਮਾਤਾ ਦੇ ਰਕਤ ਔਰ ਪਿਤਾ ਦੇ ਬਿੰਦੂ ਤੋਂ
ਇਹਦੇ ਗਰਭ ਦੇ ਵਿੱਚ ਜੀਵ ਦੀ ਦੇਹ ਪੈਦਾ ਹੁੰਦੀ ਹੈ। ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗੁਬਾਰ। ਔਰ ਉਸ ਗਰਭ ਦੇ ਵਿੱਚ ਇਹੋ ਜਿਹੀ ਹਾਲਤ ਹੁੰਦੀ ਹੈ ਕਿ ਮੁੱਖ ਹੇਠਾਂ ਨੂੰ, ਪੈਰ ਉੱਪਰ, ਔਰ ਬਹੁਤ ਤਰ੍ਹਾਂ ਦੀ ਅਗਨੀ ਸਤਾਉਂਦੀ ਹੈ ਬੱਚੇ ਨੂੰ। ਹਰ ਸਿਮਰਤ ਤੂੰ ਨਾ ਜਲਹੇ ਮਨ ਤਨ ਉਰਤਾਰ। ਪਰ ਜੋ ਹਰੀ ਦਾ ਸਿਮਰਨ ਕਰਦਾ ਹੈ ਉਹ ਜਲਦਾ ਨਹੀਂ। ਮਨ ਤਨ ਉਰਤਾਰ, ਆਪਣੇ ਮਨ ਤਨ ਦੇ ਵਿੱਚ ਉਸ ਵਾਹਿਗੁਰੂ ਨੂੰ ਵਸਾ। ਉਰਤਾਰ ਬਿਖਮ ਥਾਨਹੁ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ। ਜੋ ਇਹੋ ਜਿਹੇ ਔਖੇ ਥਾਂ ਤੋਂ ਤੈਨੂੰ ਰੱਖ ਸਕਦਾ ਹੈ ਤਾਂ ਇਸ ਸੰਸਾਰ ਦੇ ਵਿੱਚ ਵੀ ਤੈਨੂੰ ਰੱਖੇਗਾ। ਪ੍ਰਭ ਬਿਸਰਤ ਸੁਖ ਕਦੇ ਨਾ ਹੈ ਜਾ ਸਹਿ ਜਨਮ ਹਾਰ। ਔਰ ਇਹ ਯਾਦ ਰੱਖੀ ਕਿ ਜੋ ਪ੍ਰਭੂ ਨੂੰ ਵਿਸਰ ਜਾਂਦਾ ਹੈ ਉਹ ਸੁਖ ਕਦੇ ਨਾ ਹੈ, ਉਸਨੂੰ ਕਦੇ ਸੁਖ ਨਹੀਂ ਪ੍ਰਾਪਤ ਹੁੰਦਾ। ਜਾ ਸਹਿ ਜਨਮ ਹਾਰ, ਔਰ ਇਹ ਜਨਮ ਨੂੰ ਉਹ ਹਾਰ ਜਾਂਦਾ ਹੈ। And there's a very technical reason why. ਮਰਣੰ ਬਿਸਰਣੰ ਗੋਬਿੰਦਹ। ਸ਼ਲੋਕ ਸਹਸਕ੍ਰਿਤੀ। ਮਰਣੰ ਬਿਸਰਣੰ ਗੋਬਿੰਦਹ ਜੀਵਣੰ ਹਰ ਨਾਮ ਧਿਆਵਣਹ। ਕਿਉਂ? ਕਿਉਂ ਹੈ ਕਿ ਜਦੋਂ ਤੂੰ ਆਪਣੇ ਆਪ ਨੂੰ ਭੁੱਲ ਜਾਂਦਾ ਹੈ, ਵਾਹਿਗੁਰੂ ਨੂੰ ਭੁੱਲ ਜਾਂਦਾ ਹੈ ਜੋ ਆਤਮ ਸਰੂਪ ਹੈ, ਕਿ ਉਦੋਂ ਤੇਰੀ ਮੌਤ ਹੈ। ਬਿਕਾਜ਼ ਜਦੋਂ ਤੂੰ ਆਪਣੇ ਸਰੂਪ ਨੂੰ ਯਾਦ ਨਹੀਂ ਰੱਖ ਰਿਹਾ ਹੁੰਦਾ ਤਾਂ ਤੂੰ ਦੇਹ ਵਿੱਚ ਜੀ ਰਿਹਾ ਹੈ, ਤੂੰ ਮਨ ਦੇ ਵਿੱਚ ਜੀ ਰਿਹਾ ਹੈ, ਔਰ ਦੇਹ ਨਾਸਵਾਨ ਹੈ। ਇਹ ਤਾਂ ਮਰੀ ਹੀ ਹੋਈ ਹੈ ਸਮਝ। ਔਰ ਮਨ ਪਲ ਪਲ ਮਰਦਾ ਹੈ। Every night when you go to sleep and you're in deep sleep, your mind has died and it wakes up again the next morning. ਪਲ ਪਲ ਦੁਖੀ ਹੁੰਦਾ ਹੈ, ਪਲ ਪਲ ਉੱਪਰ ਹੇਠਾਂ ਉੱਪਰ ਹੇਠਾਂ। ਜਦੋਂ ਆਪਣੀ ਹੋਂਦ ਮਨ ਔਰ ਦੇਹ ਦੇ ਨਾਲ ਜੁੜਦੀ ਹੈ ਤਾਂ ਉਹ ਮਰੀ ਹੀ ਹੋਈ ਹੈ, ਤਾਂ ਮੌਤ ਹੀ ਹੈ। ਮਰਣੰ ਬਿਸਰਣੰ ਗੋਬਿੰਦਹ ਜੀਵਣੰ ਹਰ ਨਾਮ ਧਿਆਵਣਹ। ਤਾਂ ਜੀਵਨ ਕਿਆ ਹੈ? ਮਨ ਔਰ ਦੇਹ ਤੋਂ ਪਰੇ ਅੰਦਰ ਆਤਮ ਸਰੂਪ ਪਰਮਾਤਮਾ ਦੇ ਚਿੰਤਨ ਕਰਨਾ, ਯਾਦ ਰੱਖਣਾ ਕਿ ਵਾਹਿਗੁਰੂ ਮੇਰੇ ਅੰਦਰ ਹੈ। ਕਿਵੇਂ? ਹਰ ਨਾਮ ਧਿਆਵਣਾ ਹੈ। ਨਾਮ ਨੂੰ ਦ੍ਰਿੜ ਕਰੀ ਜਾਣਾ, ਦ੍ਰਿੜ ਕਰੀ ਜਾਣਾ। ਔਰ ਇਹੋ ਜਿਹੀ ਅਵਸਥਾ ਆਏ ਕਿ ਮਨ ਔਰ ਦੇਹ ਤੋਂ ਪਾਰ ਹੋ ਜਾਣਾ, ਉਦੋਂ ਵਾਸਤਵਿਕ ਜੀਵਨ ਹੈ। ਬਿਕਾਜ਼ ਇਸ ਸਾਰੇ ਸੰਸਾਰ ਦੇ ਵਿੱਚ ਵਾਹਿਗੁਰੂ ਤੋਂ ਇਲਾਵਾ ਕੋਈ ਜੀਵਨ ਨਹੀਂ, ਕੋਈ ਜੀਵੰਤ ਨਹੀਂ। Everything in the entire cosmos is prone to death and change, other than its support, Sat Chit Anand. And that same support is within you. ਇਸ ਵਾਸਤੇ ਜੀਵਣੰ ਹਰ ਨਾਮ ਧਿਆਵਣਾ ਹੈ। ਅੱਜ ਵਾਸਤੇ ਇੰਨਾ ਹੀ। ਸਾਧ ਸੰਗਤ ਜੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।